Hello dear students, a very good morning to all of you. So in this today's video we will discuss very important general aptitude questions, that is the clock problems ਕਿ ਜਿਹੜੀਆਂ clock ਜਾਂ ਘੜੀ ਦੇ ਨਾਲ related ਜਿਹੜੀਆਂ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਸਕਦੀਆਂ ਹਨ। ਸੋ ਦੇयर ਆਰ ਵੇਰੀਅਸ ਟਾਈਪ ਆਫ ਕੰਪੀਟੀਸ਼ਨ ਐਗਜ਼ਾਮ ਜਿਨ੍ਹਾਂ ਦੇ ਵਿੱਚ ਜਿਹੜੇ ਆ ਇਹ ਜਨਰਲ ਐਪਟੀਟਿਊਡ ਜਨਰਲ ਰੀਜ਼ਨਿੰਗ ਦੇ ਜਿਹੜੇ ਸਵਾਲ ਆ ਕਲੌਕ ਨਾਲ ਰਿਲੇਟਡ ਉਹ ਪੁੱਛੇ ਜਾਂਦੇ ਹਨ। ਸੋ ਆਓ ਸ਼ੁਰੂ ਕਰਦੇ ਹਾਂ। ਸੋ ਕਲੌਕ ਨਾਲ ਜਿਹੜੀਆਂ ਰਿਲੇਟਡ ਪ੍ਰੋਬਲਮ ਆ, ਸੋ ਦੇ ਆਰ ਆਫ 3 ਟਾਈਪਸ ਕਿ 3 ਤਰ੍ਹਾਂ ਦੀਆਂ ਜਿਹੜੀਆਂ ਜਨਰਲ ਪ੍ਰੋਬਲਮਸ ਆ ਉਹ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਆ ਸਕਦੀਆਂ। ਸੋ ਪਹਿਲੀ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਆ ਉਹ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ। ਸੋ ਦੇ ਕੈਨ ਆਸਕ ਯੂ ਵਟ ਇਜ਼ ਦੀ ਐਂਗਲ ਬਿਟਵੀਨ ਮਿੰਟ ਹੈਂਡ ਐਂਡ ਆਵਰ ਐਂਡ ਆਫ ਏ ਕਲੌਕ ਕਿ ਜਿਹੜੀ ਮਿੰਟਾਂ ਵਾਲੀ ਸੂਈ ਆ ਅਤੇ ਘੰਟਿਆਂ ਵਾਲੀ ਸੂਈ ਆ ਉਹਨਾਂ ਦੇ ਵਿੱਚ ਜਿਹੜਾ ਆ ਉਹ ਕਿੰਨਾ ਜਿਹੜਾ ਐਂਗਲ ਹੈਗਾ ਇੱਕ ਪਰਟੀਕੂਲਰ ਟਾਈਮ ਦੇ ਉੱਤੇ। ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਛੋਟੀ ਸੂਈ ਆ ਜਿਹਨੂੰ ਆਪਾਂ ਆਵਰ ਐਂਡ ਵੀ ਕਹਿ ਦਿੰਦੇ ਹਾਂ ਉਹਦਾ ਸਾਈਜ਼ ਛੋਟਾ ਹੁੰਦਾ, ਸੋ ਉਹਨੂੰ ਆਪਾਂ ਆਵਰ ਐਂਡ ਦੇ ਨਾਲ ਰਿਪਰੈਜ਼ੈਂਟ ਕਰਦੇ ਹਾਂ। ਅਤੇ ਜਿਹੜੀ ਲੰਬੀ ਲੈਂਥ ਵਾਲੀ ਸੂਈ ਆ ਜਿਹਨੂੰ ਆਪਾਂ ਮਿਨਟ ਹੈਂਡ ਵੀ ਕਹਿ ਦਿੰਦੇ ਹਾਂ, ਸੋ ਜਾਂ ਉਹਨੂੰ ਆਪਾਂ ਲੌਂਗ ਹੈਂਡ ਦੇ ਨਾਲ ਵੀ ਰਿਪਰੈਜ਼ੈਂਟ ਕਰਦੇ ਹਾਂ। ਸੋ ਇੱਕ ਪਰਟੀਕੂਲਰ ਟਾਈਮ ਤੁਹਾਨੂੰ ਦਿੱਤਾ ਹੋਏਗਾ, ਦੇ ਕੈਨ ਆਸਕ ਯੂ ਫਾਈਂਡ ਦੀ ਐਂਗਲ ਬਿਟਵੀਨ ਮਿਨਟ ਹੈਂਡ ਐਂਡ ਆਵਰ ਐਂਡ। ਦੂਸਰੀ ਤਰ੍ਹਾਂ ਦੀਆਂ ਪ੍ਰੋਬਲਮਸ ਉਹ ਤੁਹਾਨੂੰ ਕਿਸ ਤਰ੍ਹਾਂ ਪੁੱਛ ਸਕਦੇ ਆ ਕਿ ਤੁਹਾਨੂੰ ਜਿਹੜਾ ਹੈ ਇੱਕ ਪਰਟੀਕੂਲਰ ਜਿਹੜਾ ਐਂਗਲ ਦਿੱਤਾ ਹੋਏਗਾ ਵੈਨ ਦੀ ਐਂਗਲ ਬਿਟਵੀਨ ਮਿਨਟ ਹੈਂਡ ਐਂਡ ਆਵਰ ਹੈਂਡ ਇਜ਼ ਗਿਵਨ ਐਂਡ ਯੂ ਹੈਵ ਟੂ ਫਾਈਂਡ ਦੀ ਟਾਈਮ। ਸੋ ਪਹਿਲੇ ਕੇਸ ਦੇ ਵਿੱਚ ਤੁਹਾਨੂੰ ਉਹ ਐਂਗਲ ਪੁੱਛ ਸਕਦੇ ਆ, ਦੂਸਰੇ ਕੇਸ ਦੇ ਵਿੱਚ ਤੁਹਾਨੂੰ ਉਹ ਜਿਹੜਾ ਆ ਉਹ ਟਾਈਮ ਪੁੱਛ ਸਕਦੇ ਆ। ਸੋ ਤੀਸਰੇ ਕੇਸ ਦੇ ਵਿੱਚ ਦੀਜ਼ ਆਰ ਸਮ ਯੂਨੀਕ ਪ੍ਰੋਬਲਮਸ, ਇਹਦੇ ਬਾਰੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ। ਸੋ ਆਓ ਸ਼ੁਰੂ ਕਰਦੇ ਹਾਂ। ਸੋ ਪਹਿਲੇ ਟਾਈਪ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹਦੇ ਬਾਰੇ ਆਪਾਂ ਪਹਿਲੇ ਗੱਲਬਾਤ ਕਰਾਂਗੇ। ਸੋ ਕੁਐਸਚਨ ਇਜ਼ ਵਾਟ ਇਜ਼ ਦੀ ਐਂਗਲ ਬਿਟਵੀਨ ਮਿਨਟ ਹੈਂਡ ਐਂਡ ਆਵਰ ਹੈਂਡ ਆਫ ਏ ਕਲੌਕ ਐਟ 4:50 ਕਿ 4:50 ਦੇ ਉੱਤੇ ਜਿਹੜਾ ਆ ਛੋਟੀ ਸੂਈ ਅਤੇ ਵੱਡੀ ਸੂਈ ਦੇ ਵਿੱਚ ਜਿਹੜਾ ਆ ਉਹ ਕਿੰਨਾ ਐਂਗਲ ਹੋਏਗਾ। ਹੁਣ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਛੋਟੀ ਸੂਈ ਆ ਉਹ 12 ਘੰਟਿਆਂ ਦੇ ਬਾਅਦ ਜਿਹੜਾ ਆ ਇੱਕ ਪੂਰਾ ਚੱਕਰ ਜਿਹੜਾ ਰੋਟੇਟ ਕਰਦੀ ਆ। ਸੋ ਦੇਅਰਫੋਰ ਇਨ 12 ਆਵਰਸ ਸ਼ਾਰਟ ਹੈਂਡ ਜਿਹੜੀ ਆ ਉਹ ਕਿੰਨਾ ਐਂਗਲ ਕਵਰ ਕਰ ਰਹੀ ਹੈ, ਦੈਟ ਇਜ਼ ਇਕੁਅਲ ਟੂ 360। ਸੋ 1 ਘੰਟੇ ਦੇ ਵਿੱਚ ਜਿਹੜਾ ਉਹ ਕਿੰਨਾ ਐਂਗਲ ਕਰੇਗੀ ਕਵਰ 360/12 that is equal to 30 degree। So these are some general ideas ਕਿ ਜਿੱਥੋਂ ਤੁਸੀਂ ਜਿਹੜਾ ਆਈਡੀਆ ਜਿਹੜਾ ਆ ਸਿੱਧਾ ਲਗਾ ਸਕਦੇ ਆ। ਸੋ ਪਹਿਲੇ ਆਪਾਂ ਇਸ ਕੁਐਸਚਨ ਨੂੰ ਜਿਹੜਾ ਟਰਡੀਸ਼ਨਲ ਮੈਥਡ ਓਲਡ ਤਰੀਕੇ ਦੇ ਨਾਲ ਜਿਹੜਾ ਆ ਉਹਨੂੰ ਹੱਲ ਕਰਦੇ ਆ ਕਿ ਫਾਰ ਐਗਜ਼ਾਮਪਲ ਯੂ ਹੈਵ ਟੂ ਫਾਈਂਡ ਦੀ ਐਂਗਲ ਬਿਟਵੀਨ ਮਿਨਟ ਹੈਂਡ ਐਂਡ ਆਵਰ ਹੈਂਡ। ਸੋ ਪਹਿਲੇ ਆਪਾਂ ਆਵਰ ਹੈਂਡ ਦੀ ਗੱਲ ਕਰ ਲਈਏ। ਆਵਰ ਹੈਂਡ ਦੇ ਕੇਸ ਦੇ ਵਿੱਚ ਫਾਰ ਐਗਜ਼ਾਮਪਲ ਕਿ ਉਹ ਜਿਹੜਾ ਆ 360 ਡਿਗਰੀ ਜਿਹੜਾ ਐਂਗਲ ਆ ਉਹ 12 ਘੰਟਿਆਂ ਦੇ ਵਿੱਚ ਜਿਹੜਾ ਆ ਪੂਰਾ ਕਵਰ ਕਰ ਰਹੀ ਆ, ਠੀਕ ਹੈ ਨਾ। ਸੋ ਇਹਦਾ ਮਤਲਬ ਅਸੀਂ 4 ਘੰਟੇ ਅਤੇ 50 ਮਿੰਟ ਦੇ ਵਿੱਚ ਜਿਹੜੀ ਆ ਉਹਦੀ ਕਵਰ ਕਰਨੀ ਕਿ ਉਹਨੇ ਕਿੰਨਾ ਐਂਗਲ ਕਵਰ ਕੀਤਾ ਹੋਏਗਾ। ਸੋ ਇਹਨੂੰ ਆਪਾਂ ਅਦਰ ਵੇ ਅਰਾਊਂਡ ਵੀ ਲਿਖ ਸਕਦੇ ਹਾਂ ਕਿ ਜੇ ਫਾਰ ਐਗਜ਼ਾਮਪਲ 12 ਘੰਟਿਆਂ ਦੇ ਵਿੱਚ ਉਹ 360 ਡਿਗਰੀ ਐਂਗਲ ਕਵਰ ਕਰ ਰਹੀ ਆ, ਇਹਦਾ ਮਤਲਬ 4 ਆਵਰ ਅਤੇ 50 ਮਿੰਟ ਨੂੰ ਆਪਾਂ ਕਿਸ ਤਰ੍ਹਾਂ ਲਿਖਾਂਗੇ 4 ਆਵਰ 50/60। ਸੋ ਇਹਨਾਂ ਦੇ ਪਹਿਲੇ ਆਪਾਂ ਆਵਰ ਬਣਾ ਲਾਂਗੇ, ਉਹ ਕਿੰਨੇ ਆਵਰ ਬਣਨਗੇ। ਸੋ ਤੁਸੀਂ ਜਿਹੜਾ ਆ ਇਹਨੂੰ ਸਿੱਧਾ 6 ਚੌਕਾ 24 + 50 ਦੈਟ ਇਜ਼ ਇਕੁਅਲ ਟੂ 290/60। ਸੋ ਵਿਚ ਇਜ਼ ਇਕੁਅਲ ਟੂ 29/6 ਆਵਰਸ। ਸੋ ਇੰਨੇ ਜਿਹੜੇ ਆ ਟੋਟਲ ਉਹ ਘੰਟੇ ਬਣ ਗਏ। ਸੋ ਇਹਦਾ ਮਤਲਬ ਆ ਕਿ ਜਿਹੜਾ 29/6 ਆਵਰਸ ਦੇ ਵਿੱਚ ਉਹ ਕਿੰਨਾ ਐਂਗਲ ਕਵਰ ਕਰੇਗੀ। ਸੋ ਯੂ ਕੈਨ ਡਾਇਰੈਕਟਲੀ ਕੈਲਕੂਲੇਟ 360/12 × 29/6। ਸੋ 12 ਤੀਆ 36, 6 ਪੰਜਾ 30। So which is coming out to be, you can multiply it, that is equal to 145 degree। ਸੋ ਇਹ ਤੇ ਸੀ ਕਿ ਜਿਹੜਾ ਆਵਰ ਹੈਂਡ ਨੇ ਜਿਹੜਾ ਹੈ ਕਿੰਨਾ ਐਂਗਲ ਕਵਰ ਕੀਤਾ। ਹੁਣ ਤੁਸੀਂ ਜਿਹੜਾ ਆ ਮਿਨਟ ਹੈਂਡ ਦਾ ਜਿਹੜਾ ਆ ਐਂਗਲ ਦੇਖ ਸਕਦੇ ਹੋ ਕਿ ਮਿਨਟ ਹੈਂਡ ਜਿਹੜਾ ਆ ਉਹ ਕਿੰਨਾ ਐਂਗਲ ਜਿਹੜਾ ਆ ਜਾਂ ਕਿੰਨੇ ਡਿਗਰੀ ਜਿਹੜੇ ਪੂਰੀ ਕਵਰ ਕਰ ਰਹੀ ਹੈ। ਸੋ ਉਸ ਕੇਸ ਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜੀ ਮਿੰਟਾਂ ਵਾਲੀ ਸੂਈ ਆ ਉਹ ਜਦੋਂ
1 ਘੰਟੇ ਦੇ ਵਿੱਚ ਜਿਹੜੀ ਆ ਪੂਰੀ 360 ਦੀ ਰੋਟੇਸ਼ਨ ਜਿਹੜੀ ਆ ਉਹ ਕਰ ਲੈਂਦੀ ਆ। ਸੋ ਇਹਦਾ ਮਤਲਬ ਆ ਕਿ 4 ਘੰਟਿਆਂ ਦੇ ਵਿੱਚ ਉਹ 4 ਵਾਰੀ 360 ਦੀ ਜਿਹੜੀ ਰੋਟੇਸ਼ਨ ਆ ਉਹਨੂੰ ਕਵਰ ਕਰੇਗੀ। ਸੋ ਅਸੀਂ ਕੀ ਦੇਖਣਾ ਆ, ਅਸੀਂ ਦੇਖਣਾ ਆ ਕਿ ਅਸੀਂ ਜਿਹੜੇ ਅਖੀਰਲੇ 50 ਮਿੰਟ ਦੀ ਜਿਹੜੀ ਰੋਟੇਸ਼ਨ ਆ ਉਹਦੇ 'ਚੋਂ ਕਿੰਨਾ ਐਂਗਲ ਬਣਾ ਰਹੀ ਆ। ਸੋ ਫਾਰ ਐਗਜ਼ਾਮਪਲ 60 ਮਿੰਟਸ ਦੇ ਵਿੱਚ ਮਿੰਟਾਂ ਵਾਲੀ ਸੂਈ ਕਿੰਨੇ ਡਿਗਰੀ ਕਵਰ ਕਰਦੀ ਆ, ਦੈਟ ਇਜ਼ ਇਕੁਅਲ ਟੂ 360। ਸੋ 4 ਘੰਟਿਆਂ ਦੇ ਵਿੱਚ ਵੀ ਜਿਹੜਾ ਹੈ ਉਹ 360 ਤੋਂ ਬਾਅਦ ਫਿਰ ਜਿਹੜੀ ਰੋਟੇਸ਼ਨ ਫਿਰ 0 ਡਿਗਰੀ ਤੋਂ ਸਟਾਰਟ ਹੋ ਜਾਏਗੀ। ਸੋ ਅਸੀਂ ਜਿਹੜੇ ਆ ਅਖੀਰਲੇ ਮਿੰਟ ਕਿੰਨੇ ਮਿੰਟ ਰਹਿ ਗਏ ਆ 50 ਮਿੰਟਾਂ ਦੇ ਵਿੱਚ ਜਿਹੜਾ ਉਹ ਕਿੰਨਾ ਐਂਗਲ ਬਣਾਏਗੀ, ਦੈਟ ਇਜ਼ ਇਕੁਅਲ ਟੂ 360 ਓਵਰ 60 ਇੰਟੂ 50 6 ਛਿਕਾ 36। ਸੋ ਦੈਟ ਇਜ਼ ਇਕੁਅਲ ਟੂ 300 ਡਿਗਰੀ। ਹੁਣ ਤੁਸੀਂ ਜਿਹੜਾ ਆ ਇਹਨਾਂ ਦੋਵਾਂ ਨੂੰ ਸਬਟਰੈਕਟ ਕਰ ਦਿਓ ਤੇ ਤੁਸੀਂ ਜਿਹੜਾ ਆ ਉਹ ਐਂਗਲ ਮਿੰਟ ਆਵਰ ਤੇ ਹੈਂਡ ਆਵਰ ਦੇ ਵਿੱਚ ਕੱਢ ਸਕਦੇ ਹੋ। ਸੋ 300 ਮਾਈਨਸ 145 ਡਿਗਰੀ ਦੈਟ ਇਜ਼ ਇਕੁਅਲ ਟੂ 155 ਡਿਗਰੀ। ਸੋ ਦਿਸ ਇਜ਼ ਆਪਸ਼ਨ ਏ ਇਜ਼ ਕਰੈਕਟ। ਹੁਣ ਇਹ ਤੇ ਸੀ ਕਿ ਤੁਸੀਂ ਜੇ ਤੁਹਾਨੂੰ ਫਾਰਮੂਲਾ ਨਹੀਂ ਪਤਾ, ਤੁਸੀਂ ਜਿਹੜਾ ਆ ਦੋਵਾਂ ਦੇ ਵਿੱਚ ਜਿਹੜਾ ਆ ਆਵਰ ਐਂਡ ਤੇ ਮਿੰਟ ਐਂਡ ਦੇ ਵਿੱਚ ਟੋਟਲ ਡਿਗਰੀ ਕਿੰਨੇ ਕਵਰ ਕੀਤੇ ਆ ਉਹਦੇ ਤੋਂ ਤੁਸੀਂ ਉਹਨਾਂ ਨੂੰ ਸਬਟਰੈਕਟ ਕਰਕੇ ਐਂਗਲ ਫਾਈਂਡ ਆਊਟ ਕਰ ਸਕਦੇ ਹੋ। ਹੁਣ ਆਓ ਗੱਲਬਾਤ ਕਰਦੇ ਹਾਂ ਕਿ ਜੇ ਸਾਨੂੰ ਇੱਕ ਟ੍ਰਿਕ ਦੇ ਨਾਲ ਆਈ ਵਿਲ ਟੈਲ ਯੂ ਅ ਫਾਰਮੂਲਾ। ਸੋ the formula is how we can find the angle between hour hand and minute hand। ਸੋ ਉਹਦੇ ਲਈ ਜਿਹੜਾ ਫਾਰਮੂਲਾ ਹੈ ਸੋ ਦੈਟ ਇਜ਼ ਇਕੁਅਲ ਟੂ 1/2 ਇੰਟੂ magnitude of 60h minus 11m। so this is very important formula। ਜੇ ਤੁਹਾਨੂੰ ਇਹ ਫਾਰਮੂਲਾ ਪਤਾ ਹੈ ਤੇ ਤੁਸੀਂ ਸਿੱਧੀਆਂ ਜਿਹੜੀਆਂ ਵੈਲਿਊਜ਼ ਆ ਉਹ ਪੁੱਟ ਕਰਕੇ ਫਾਈਂਡ ਆਊਟ ਕਰ ਸਕਦੇ ਹੋ। ਹੁਣ ਫਾਰ ਐਗਜ਼ਾਮਪਲ h ਕੀ ਆ ਕਿ ਉਹਨੇ ਕਿੰਨੇ ਆਵਰ ਜਿਹੜੇ ਆ ਉਹ ਕਵਰ ਕੀਤੇ ਆ। ਸੋ 4 ਆਵਰ ਜਿਹੜਾ ਆ h ਦੀ ਵੈਲਿਊ ਸਾਡੇ ਕੋਲ ਕਿੰਨੀ ਹੋਏਗੀ 4 ਤੇ ਜਿਹੜੀ ਮਿੰਟ ਦੀ ਜਿਹੜੀ ਵੈਲਿਊ ਆ ਸਾਡੇ ਕੋਲ ਉਹ ਕਿੰਨੀ ਹੋਏਗੀ 50। ਸੋ ਇਸ ਵੈਲਿਊਜ਼ ਨੂੰ ਪੁੱਟ ਕਰਕੇ ਅਸੀਂ ਜਿਹੜਾ ਆ ਉਹਨੂੰ ਸਿੱਧਾ ਕੈਲਕੂਲੇਟ ਕਰ ਸਕਦੇ ਹਾਂ। 60 ਇੰਟੂ 4 ਮਾਈਨਸ 11 ਇੰਟੂ 50। ਸੋ ਇਟ ਕਮਸ ਆਊਟ ਟੂ ਬੀ 1/2 ਇੰਟੂ 6 ਚੌਕਾ 24 240 ਮਾਈਨਸ 11 5 55 ਦੈਟ ਇਜ਼ ਇਕੁਅਲ ਟੂ 550। ਹੁਣ ਇਹ ਜਿਹੜਾ ਸਾਡੇ ਕੋਲ ਆ ਰਿਹਾ ਇਟ ਇਜ਼ -310। ਸੋ ਇਹ ਜਿਹੜੇ ਦੋ ਮੋਡ ਮੈਂ ਲਿਖੇ ਹੋਏ ਆ ਸੋ ਇਹਦੇ ਵਿੱਚ ਕੀ ਆ ਕਿ ਅਸੀਂ ਨੈਗੇਟਿਵ ਵੈਲਿਊ ਕਿਉਂਕਿ ਐਂਗਲ ਨੈਗੇਟਿਵ ਦੇ ਵਿੱਚ ਤੇ ਹੋ ਨਹੀਂ ਸਕਦਾ। ਸੋ ਇਸ ਕੇਸ ਦੇ ਵਿੱਚ ਆਪਾਂ ਇਹਨਾਂ ਨੂੰ ਸਿੱਧਾ ਕਿਸ ਤਰ੍ਹਾਂ ਲਿਖ ਸਕਦੇ ਹਾਂ ਕਿ 1/2 ਗੁਣਾ 310 ਸੋ ਦੈਟ ਇਜ਼ ਕਮਿੰਗ ਆਊਟ ਟੂ ਬੀ 155 ਡਿਗਰੀ। ਸੋ ਯੂਜ਼ਿੰਗ ਦਿਸ ਮੈਥਡ ਯੂ ਕੈਨ ਫਾਈਂਡ ਦੀ ਟਾਈਪ 1 ਪ੍ਰੋਬਲਮ ਕਿ ਜੇ ਸਾਨੂੰ ਸਮਾਂ ਦਿੱਤਾ ਹੈ ਤੇ ਅਸੀਂ ਦੋਨਾਂ ਜਿਹੜੀਆਂ ਮਿੰਟ ਹੈਂਡ ਤੇ ਆਵਰ ਹੈਂਡ ਦੇ ਵਿੱਚ ਜਿਹੜਾ ਆ ਐਂਗਲ ਫਾਈਂਡ ਆਊਟ ਕਰ ਸਕਦੇ ਹਾਂ। ਸੋ ਆਓ ਇਸ ਤਰ੍ਹਾਂ ਦਾ ਇੱਕ ਹੋਰ ਕੁਐਸਚਨ ਕਰਦੇ ਹਾਂ। ਸੋ ਵਾਟ ਇਜ਼ ਦੀ ਐਂਗਲ ਬਿਟਵੀਨ ਮਿੰਟ ਹੈਂਡ ਐਂਡ ਆਵਰ ਹੈਂਡ ਆਫ ਅ ਕਲੌਕ ਐਟ 6:40 ਕਿ 6:40 ਦੇ ਉੱਤੇ ਜਿਹੜਾ ਆ ਘੰਟਿਆਂ ਵਾਲੀ ਸੂਈ ਤੇ ਮਿੰਟਾਂ ਵਾਲੀ ਸੂਈ ਦੇ ਵਿੱਚ ਕਿੰਨਾ ਜਿਹੜਾ ਐਂਗਲ ਆ ਉਹ ਬਣ ਰਿਹਾ। ਹੁਣ ਇਸ ਕੇਸ ਦੇ ਵਿੱਚ h ਸਾਡੇ ਕੋਲ ਕੀ ਹੈ 6 m ਸਾਡੇ ਕੋਲ ਕੀ ਹੈ 40 ਮਿੰਟਸ ਹੈ। ਸੋ ਯੂਜ਼ਿੰਗ ਦੀ ਫਾਰਮੂਲਾ 1/2 ਇੰਟੂ 60h minus 11m so I can find out the angle between these two hands। so it comes out to be 60 into 6 minus 11 into 40 so that is equal to 1/2 into 360 minus 11 चौक 44 so 440 so it comes out to be 1/2 into minus of 80 so angle cannot be negative so it comes out to be 40 degree। so 6:40 ਦੇ ਉੱਤੇ ਸੋ 6:40 ਕਦੋਂ ਹੋਣਗੇ ਜਦੋਂ ਸੂਈ ਜਿਹੜੀ ਆ ਛੋਟੀ ਸੂਈ ਇੱਥੇ ਹੋਏਗੀ ਤੇ ਵੱਡੀ ਸੂਈ ਜਿਹੜੀ ਆ ਉਹ ਇੱਥੇ ਹੋਏਗੀ। ਸੋ ਉਸ ਕੇਸ ਦੇ ਵਿੱਚ ਜਿਹੜਾ ਦੋਵਾਂ ਦੇ ਵਿੱਚ ਐਂਗਲ ਬਣ ਰਿਹਾ ਆ ਸੋ ਦੈਟ ਇਜ਼ ਇਕੁਅਲ ਟੂ 40 ਡਿਗਰੀ। ਸੋ ਨੈਕਸਟ ਟਾਈਪ 2 ਪ੍ਰੋਬਲਮਸ
So what is the time on clock if the angle between minute hand and hour hand is given? कि हुण जिहड़ा आ असी जे सानू टाइम दिता आ तो उस केस दे विच असी टाइम दसना है जे सानू एंगल दिता होया है ते फॉर एग्जांपल एट वट टाइम आफ्टर 8 o'clock कि 8 वजे तो बाद जिहड़ा आ आवर एंड ते मिनट एंड दे विच जिहड़ा आ एंगल कितना बन रहा है सो दैट इज़ इक्वल टू 20 डिग्री कि इत्थे मैं थोड़ी डायग्राम तुहानू बना देना कि फॉर एग्जांपल दिस इज़ 12 this is 3 6 and 9 so this is 8 this is 7 कि 8 वजन के जिहड़ा आ वो समा असी दसना है कि कितना समा एग्जैक्ट होया आ कि उन्हां दोवां सूइयां दे विच जिहड़ा एंगल आ वो फॉर एग्जांपल इफ इट इज़ हेयर कि वो आपां एंगल जे सानू दिता होया 20 डिग्री असी वो एग्जैक्ट समा दसना है कि कितना टाइम जिहड़ा आ होया है। हुण इदां दे जिहड़े क्वेश्चन आ वो आपां किस तरह कर सकते हैं कि यूजिंग द सेम फार्मूला सो एंगल इज़ इक्वल टू 1/2 इंटू 60h माइनस 11m। हुण ये तो सानू उन्होंने दिता होया कि आफ्टर 8 o'clock सो इसदा मतलब h की सानू वैल्यू दी हुई आ m की जिहड़ी वैल्यू आ वो आपां कड्ढनी आ। सो एंगल सानू कितना दिता होया वो 20 डिग्री दिता होया 20 गुणा 2 40 आ जाएगा सो इट कम्स आउट टू बी 60 इंटू 8 माइनस 11m। सो ये साडे कोल की इक्वेशन बन जाएगी 8 छीक 48 480 माइनस 11m। हुण इत्थे थोड़ा जिहा ध्यान देने की लोड़ है कि जिहड़ा वैल्यू हुण ये मॉड की पॉजिटिव भी हो सकती है ये नैगेटिव भी हो सकती है। हुण इदां दे क्वेश्चन नूं असी किस तरह सॉल्व कर सकते हैं कि सानू दोने केस लैणे पैणगे। सो फॉर एग्जांपल जे मैं कहना कि इफ 480 माइनस 11m इज़ हैविंग पॉजिटिव वैल्यू कि जे वो पॉजिटिव है सो उस केस दे विच मेरे कोल इक्वेशन की बन जाएगी 40 इज़ इक्वल टू 480 माइनस 11m। सो 11m किहदे बराबर आ जाएगा 480 माइनस 40 दैट इज़ इक्वल टू 440। सो मिनट किन्ने आ जाएंगे मेरे को 440 बटा 11 सो 11 चौक 44 सो मेरे को मिनट आ गए मिनट्स 40 मिनट्स जिहड़े आ मेरे को आ गए। हुण दूसरा केस भी आपां नाल लैना पएगा सो उहदी वैल्यू भी सानू फाइंड आउट करनी पएगी। सो इफ 480 माइनस 11m इज़ नैगेटिव कि जे उहदी जिहड़ी वैल्यू आ वो नैगेटिव है सो उस केस दे विच असीं इहनूं इस तरह लिख लांगे 480 माइनस 11m। सो ये की बन जाएगा 40 इज़ इक्वल टू माइनस 480 प्लस 11m। सो देयरफॉर 11m comes out to be 480 plus 40 that is equal to 520 which is equal to 11m and m comes out to be 520 over 11 so that is equal to 47 by 3 over 11 minute। कि हुण इदां दे दो केस होणगे कि जिहड़ा एंगल जिहड़ा आ वो 20 डिग्री बन रहा आ लॉन्ग हैंड ते शॉर्ट हैंड दे विच एक 8:40 ते होएगा एंगल 20 डिग्री ते एक जिहड़ा आ 8:47 ते कुछ फ्रैक्शन बाद जिहड़ी आ उस दोनों टाइम दे उत्ते जिहड़ा एंगल आ वो शॉर्ट हैंड ते लॉन्ग हैंड दे विच जिहड़ा बन रहा दैट इज़ इक्वल टू 20 डिग्री। हुण आओ आपां ऑप्शन चैक करते हैं कि साडे क्वेश्चनस दे विच ऑप्शन किहड़ी-किहड़ी दित्ती हुई है। सो 8:47 ऑप्शन नहीं है सो साडे कोल एग्जैक्ट ऑप्शन की आएगी कि 8 hours 40 मिनट बाद जिहड़ा उस टाइम दे उत्ते जिहड़ा एंगल आ वो जिहड़ा आ मिनट हैंड ते आवर हैंड दे विच 20 डिग्री होएगा। सो आई होप कि तुसीं जिहड़ा ये पैटर्न जां ये जिहड़ा फार्मूले दे नाल तुसीं सारे तरह दे जिहड़े क्वेश्चन आ उहनूं हल करन दे विच कामयाब होवोगे। सो सी यू इन दी नैक्सट वीडियो विद टाइप 3 प्रॉब्लम्स कि जे उस तरह के क्वेश्चन आ जाए तो फिर आपां उन्हां नूं किस तरह सॉल्व कर सकते हैं। सो टिल दैन गुड बाय कीप वाचिंग एंड लाइकिंग आवर यूट्यूब वीडियोज़।